अस्सलाम वालेकुम दोस्तों, की हाल चाल। उम्मीद करदा खैरियत नाल होसी। अज दी वीडियो आ सोलर पैनल के उपर अर्थ रैस्टर लाने का की मकसद है। अर्थ रैस्टर किस तरह काम करता वा, एहदियां किन्नियां किस्मां वा ते एहदा कम्म करने का तरीकेकार की आ। एहदे बारे छोटी जी वीडियो डिटेल नहीं, लेकिन बेसिक इनफॉर्मेशन जिहड़ी एहदे विच मौजूद आ। एह् अर्थ रैस्टर जेह्ड़ा लगवाउण दा तरीकेकार किस तरह, एह् 3D एनीमेशन दे जरिए बी तुहानूं दस्सांगे ते जेह्ड़ा नमीं टैक्नोलॉजी आई ऐ ओह् किस तरह कम्म करदी ते पराना जेह्ड़ा अर्थ रैस्टर परानी टैक्नोलॉजी एह् किस तरह कम्म करदी। अर्थ रैस्टर दा मतलब ऐ लाइटिंग रैस्टर। जेह्ड़ा लाइटिंग रैस्टर बिजली नूं पकड़न आह्ला, लाइटिंग बिजली ते रैस्ट ओनूं पकड़न आह्ला। पैह्ला सीगा कन्वैंशनल लाइटिंग रैस्टर। दूसरी टैक्नोलॉजी आई जेह्ड़ी अज्ज चल रही है दौर दे अंदर, ESE लाइटिंग रैस्टर। जेह्ड़ा कन्वैंशनल लाइटिंग रैस्टर है इनू फ्रैंकलिन रॉड भी कहते सीगे, जेह्ड़ी हुण आई है इनू अर्ली स्ट्रीम मिशन कहते। ये दोनों अंदर की फर्क है, दोनों किस तरह कम्म करदे सीगे। ਜਿਹਨੂੰ फ्रैंकलिन रॉड आ एक कापर ਦਾ ਬਣਿਆ ਹੋਇਆ ਰਾਡ ਹੁੰਦਾ ਸੀ। ਇਹਦੇ ਉੱਪਰ ਇੱਕ ਬੋਲ ਨਵਾਂ ਲਗਾ ਕੇ ਨਾ ਸੂਏ ਲਗਾਏ ਜਾਂਦੇ ਸੀ ਚਾਰੋਂ ਪਾਸੇ, ਜਾਂ 5 ਦੇ 5 ਤਰਫ 'ਤੇ ਇਹਨਾਂ ਦੇ ਸੂਏ ਲਗਾ ਦਿੰਦੇ ਸੀ। ਇਹਦੇ ਅੰਦਰ ਆਪਣਾ ਇੱਕ ਚਾਰਜ ਹੁੰਦਾ ਸੀ, ਇਹਨੂੰ ਪੋਜ਼ੀਟਿਵ ਚਾਰਜ ਇਹਨੂੰ ਕਹਿੰਦੇ। ਇਹ ਜ਼ਮੀਨ ਦੇ ਨਾਲ ਲਿੰਕ ਕਰਦੇ ਸੀ ਕਾਪਰ ਦੀ ਵਾਇਰ ਦੇ ਨਾਲ, ਅਤੇ ਜ਼ਮੀਨ ਦੇ ਅੰਦਰ ਬੋਰ ਕਰ ਦਈਦਾ ਸੀ। ਠੀਕ ਹੈ, ਇਹ ਫੇਰ ਕੰਮ ਕਰਦਾ ਸੀਗਾ। ਬੋਰਿੰਗ ਦਾ ਅਤੇ ਅਰਥਿੰਗ ਦਾ ਤਰੀਕਾ ਸੇਮ ਇਹੀ ਹੈ। ਇਹਨੂੰ ਛੱਤ ਦੇ ਉੱਪਰ ਲਗਾ ਕੇ ਟੌਪ 'ਤੇ ਲਗਾਇਆ ਜਾਂਦਾ ਸੀਗਾ, ਅਤੇ ਇਹਨੂੰ ਕਾਪਰ ਦੀ ਪੱਤਰੀ ਜਾਂ ਕਾਪਰ ਦੇ ਤਾਰ ਦੇ ਜ਼ਰੀਏ ਜ਼ਮੀਨ ਦੇ ਅੰਦਰ ਗਰਾਊਂਡ ਕਰਕੇ ਉੱਥੇ ਕੋਇਲਾ ਚਾਕ ਵਗੈਰਾ ਪਾ ਕੇ ਅਤੇ ਉਹਨੂੰ ਗਰਾਊਂਡ ਕੀਤਾ ਜਾਂਦਾ। ਇਹਦੀ ਰਜਿਸਟੈਂਸ ਬਿਲਕੁਲ ਲੋ ਹੁੰਦੀ ਸੀ, 1 ਓਹਮ 1.5 ਓਹਮ ਤੱਕ। ਜਦੋਂ ਆਸਮਾਨੀ ਬਿਜਲੀ ਗਿਰਦੀ ਸੀ ਅਤੇ ਇਹਦੇ ਥਰੂ ਹੋ ਕੇ ਜ਼ਮੀਨ ਅੰਦਰ ਗਰਾਊਂਡ ਹੋ ਜਾਂਦੀ, ਜਿਹਦੀ ਵਜ੍ਹਾ ਤੋਂ ਨੁਕਸਾਨ ਦੀ ਬਚਤ ਹੋ ਜਾਂਦੀ ਸੀ। ਅਗਰ ਤੁਸੀਂ ਬਿਲਡਿੰਗ 'ਤੇ ਅਰਥ ਰੈਸਟ ਨਹੀਂ ਲਗਾਓਗੇ, ਉਹ ਬਿਲਡਿੰਗ ਜ਼ਮੀਨ ਦੇ ਨਾਲ ਗਰਾਊਂਡ ਹੁੰਦੀ ਆ, ਉਹਦਾ ਨੁਕਸਾਨ ਕਰਦੀ। ਠੀਕ ਹੈ, ਜਿਸ ਤਰ੍ਹਾਂ 3D ਬਣੀ ਹੋਈ ਹੈ, ਇਹਦੇ ਅੰਦਰ ਇੱਕ ਬਿਲਡਿੰਗ 'ਤੇ ਅਰਥਿੰਗ ਹੈਗੀ, ਇੱਕ 'ਤੇ ਨਹੀਂ ਹੈਗੀ। ਉਹ ਦੂਸਰਾ ਜਿਹੜਾ ਦਿਖਾ ਰਹੇ ਉਹ ਜ਼ਮੀਨ ਦੇ ਅੰਦਰ ਗਰਾਊਂਡ ਹੋ ਜਾਂਦੀ। ਜਿਸ ਤਰ੍ਹਾਂ ਆ ਬਿਲਡਿੰਗ ਦੇ ਉੱਪਰ ਅਰਥਿੰਗ ਹੋਈ, ਕਾਪਰ ਦੀ ਪੱਟੀ ਆ, ਇਹ ਤਕਰੀਬਨ 1.5-2 ਇੰਚ ਮੋਟੀ ਪੱਟੀ ਜ਼ਮੀਨ ਦੇ ਅੰਦਰ ਗਰਾਊਂਡ ਹੋਈ, ਤਾਂ ਕਿ ਜਦੋਂ ਲਾਈਟਿੰਗ ਰੈਸਟਰ ਦੇ ਉੱਪਰ ਬਿਜਲੀ ਗਿਰੇ ਅਤੇ ਇਹ ਸਿੱਧਾ ਜ਼ਮੀਨ ਦੇ ਅੰਦਰ ਗਰਾਊਂਡ ਹੋ ਜਾਵੇ। ਇਹ ਟੈਕਨੋਲੋਜੀ ਆ ਫਰੈਂਕਲਿਨ ਰॉड। ਦੂਸਰੀ ਆ ਗਈ ESE। ESE ਦੀ ਖੂਬੀ ਇਹ ਵਾ ਕਿ ਇਹਦੇ ਅੰਦਰ ਖੁਦ ਇੱਕ ਸਪਾਰਕ ਪੈਦਾ ਹੁੰਦਾ। ਉਹ ਸਪਾਰਕ ਪੈਦਾ ਕੋਈ ਇਹਨੂੰ ਬਾਹਰੋਂ ਸੋਰਸ ਨਹੀਂ ਦੇਣਾ ਪੈਂਦਾ, ਇਹਦੇ ਅੰਦਰ ਖੁਦ ਹੀ ਇਹ ਤਬਦੀਲੀ ਹੁੰਦੀ ਹੈ। ਜਿਹੜਾ ਫਰੈਂਕਲਿਨ ਰॉड ਪੁਰਾਣੀ ਟੈਕਨੋਲੋਜੀ ਹੈ, ਇਹ ਤਕਰੀਬਨ 2-4 ਮੀਟਰ ਦੇ ਉੱਪਰ ਲਗਾਇਆ ਗੁਜ਼ਾਰਾ ਹੋ ਜਾਂਦਾ ਸੀ। ਲੇਕਿਨ ਜਿਹੜਾ ਨਵਾਂ ਆਇਆ ਵਾ ESE ਲਾਈਟਿੰਗ ਰੈਸਟਰ, ਇਹਨੂੰ ਤਕਰੀਬਨ 10 ਮੀਟਰ ਇਹਦਾ ਪੋਲ ਅਤੇ 5 ਮੀਟਰ ਖੁਦ, ਯਾਨੀ 15 ਮੀਟਰ ਦੀ ਹਾਈਟ 'ਤੇ ਇਹਨੂੰ ਲਗਾਉਣਾ ਜ਼ਰੂਰੀ ਹੈ। ਅਤੇ ਬਾਕੀ ਪ੍ਰੋਸੀਜਰ ਸੇਮ ਇਹਦਾ, ਕਿ ਪੱਟੀ ਕਾਪਰ ਦੀ ਪਾ ਕੇ ਅਤੇ ਇਹਨੂੰ ਜ਼ਮੀਨ ਦੇ ਵਿੱਚ ਬੋਰ ਕਰਨਾ, ਗਰਾਊਂਡ ਕਰਨਾ, ਉਹ ਪ੍ਰੋਸੀਜਰ ਸੇਮ ਆ। ਅਤੇ ਇਹਦਾ ਸਭ ਤੋਂ ਬੈਨੀਫਿਟ ਇਹਦਾ ਤੁਸੀਂ ਉਹ ਉੱਪਰ ਦੇਖ ਰਹੇ ਇਹਦੇ ਬਣਿਆ ਹੋਇਆ ਤੇਜ਼, ਜਿਸ ਤਰ੍ਹਾਂ ਨੇਜ਼ਾ ਹੁੰਦਾ ਵਾ, ਅਤੇ ਸਾਈਡਾਂ 'ਤੇ 2 ਸਪਾਰਕਿੰਗ ਵਾਸਤੇ ਹਾਈ ਵੋਲਟੇਜ ਸਪਾਰਕਿੰਗ ਨਹੀਂ, ਉਹਦੇ ਵਾਸਤੇ ਕੱਢਿਆ ਹੁੰਦਾ ਨਾ ਲੈਟਰ ਦੀ ਪਿੰਨ, ਇਸ ਤਰ੍ਹਾਂ ਕੱਢਿਆ ਹਨ। ਇਹਦੇ ਅੰਦਰ ਨਾ ਪੋਜ਼ੀਟਿਵ ਚਾਰਜ ਖੁਦ ਜ਼ਿਆਦਾ ਹੁੰਦਾ, ਇਹਨੂੰ ਕਸ਼ਿਸ਼ ਕਰਦਾ। ਪੋਜ਼ੀਟਿਵ ਚਾਰਜ ਜਿਹੜਾ ਹਵਾ ਦੇ ਅੰਦਰ ਹੁੰਦੇ ਨਾ, ਉਹਨੂੰ ਕਸ਼ਿਸ਼ ਕਰਦਾ। ਉਹ ਜਦੋਂ ਇੱਕ ਲਿਮਟ ਤੱਕ ਇਕੱਠੇ ਹੋ ਜਾਂਦੇ ਨਾ, ਫਿਰ ਉਹਨੂੰ ਸਪਾਰਕ ਕਰਵਾਉਂਦਾ। ਸਪਾਰਕ ਯਾਨੀ ਕਿ ਆਪਣਾ ਉਹਨੂੰ ਕਰਾ ਕੇ ਖੁਦ ਹੀ ਗਰਾਊਂਡ ਕਰਦਾ, ਖੁਦ ਹੀ ਸਪਾਰਕ ਕਰਦਾ। ਇਹ ਵਕਫੇ ਨਾਲ ਇਹ ਜਾਰੀ ਦਿੰਦਾ। ਇਹਦੀ ਰਜਿਸਟੈਂਸ ਦੇ ਸਕਦੇ 1.12, 1.3, 1.2, ਯਾਨੀ ਕਿ 1.5 ਓਮ ਤੱਕ ਜਿਹੜੀ ਉਹ ਲੀਗਲ ਬਣਿਆ ਇਹਦਾ। ਆਹ 3D ਐਨੀਮੇਸ਼ਨ ਤੁਸੀਂ ਦੇਖੋਗੇ ਕਿ ਚਾਰਜ ਨੂੰ ਇਕੱਠਿਆਂ ਕਰ ਰਿਹਾ ਪੋਜ਼ੀਟਿਵ ਚਾਰਜ ਨੂੰ। ਠੀਕ ਹੈ, ਜਦੋਂ ਪੋਜ਼ੀਟਿਵ ਚਾਰਜ ਇਹਦੇ ਮੁਤਾਬਕ ਇਕੱਠੇ ਹੋ ਜਾਂਦੇ, ਉਹਦਾ ਨਾਮ ਸਪਾਰਕ ਨਾਮ। ਅਗਰ ਉਸ ਸਪਾਰਕ ਦੀ ਲਫ਼ਜ਼ ਨੈਗੇਟਿਵ ਚਾਰਜ
ਚਾਰਜ ਆ ਗਿਆ ਤੇ ਨਹੀਂ ਤੇ ਉਹ ਬੰਦ ਹੋਇਆ, ਯਾਨੀ ਕਿ ਵਕਫੇ ਵਕਤ ਨਾਲ ਆਇਆ ਹੁੰਦੇ ਨੇ। ਆ ਰੀਪਲੇ ਦੁਬਾਰਾ ਦੇਖੇਗਾ ਕਿ ਇਹ ਪੋਜ਼ੀਟਿਵ ਇੱਕ ਮਕਦਾਰ ਤੱਕ ਜਮ੍ਹਾਂ ਹੋ ਗਈ, ਇਹ ਉਹਨੂੰ ਕਸ਼ਿਸ਼ ਕਰ ਲੈਂਦਾ, ਠੀਕ ਹੈ, ਯਾਨੀ ਕਿ ਬਿਨਾਂ ਇਹ ਕਿਸੇ ਦੂਸਰੇ ਪਾਸੇ ਜਾ ਕੇ ਡਿੱਗੇ ਉਹਨੂੰ ਆਪਣੀ ਤਰਫ ਖਿੱਚ ਕੇ ਉਹਨੂੰ ਜ਼ਮੀਨ 'ਚ ਗਰਾਊਂਡ ਕਰਾਉਂਦਾ। ਅਤੇ ਹਵਾ 'ਚ ਨੈਗੇਟਿਵ ਚਾਰਜ ਤਾਂ ਵੈਸੇ ਬਦਲਾਂ 'ਚ ਹੋ ਜਾਂਦਾ, ਯਾਨੀ ਕਿ ਜੋ ਬਦਲਾਂ 'ਚ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਹੁੰਦੇ ਨਾ, ਉਹ ਪੋਜ਼ੀਟਿਵ ਉੱਪਰ ਆ ਜਾਂਦੇ, ਨੈਗੇਟਿਵ ਬਦਲਾਂ ਦੇ ਥੱਲੇ ਆ ਜਾਂਦੇ। ਹੁਣ ਨੈਗੇਟਿਵ ਨੂੰ ਕਿਸੇ ਨਾ ਕਿਸੇ ਸਾਈਡ 'ਤੇ ਜਾਣ ਨੂੰ ਜਗ੍ਹਾ ਚਾਹੀਦੀ, ਉਹ ਫਿਰ ਜ਼ਮੀਨ ਦੀ ਤਰਫ, ਜ਼ਮੀਨ 'ਤੇ ਪੋਜ਼ੀਟਿਵ ਚਾਰਜ ਹੁੰਦਾ, ਜ਼ਮੀਨ ਦੀ ਤਰਫ ਆਉਣ ਦੀ ਕੋਸ਼ਿਸ਼ ਕਰਦੇ। ਉਹ ਕੋਈ ਦਰਖਤ ਆਏ ਵੇ ਜਾਂ ਕੋਈ ਬਿਲਡਿੰਗ ਆਏ ਵੇ, ਇਹ ਜਿਹੜੀ ਨਜ਼ਦੀਕ ਬਿਲਡਿੰਗ ਉਹ 'ਤੇ ਉਹਨੂੰ ਡਿੱਗਦਾ, ਜਿਹਨੂੰ ਅਸੀਂ ਕਹਿੰਦੇ ਅਸਮਾਨੀ ਬਿਜਲੀ ਡਿੱਗੀ। ਇਹ ਬੇਸਿਕਲੀ ਉਹ ਸਾਰਾ ਤਰੀਕੇਕਾਰ ਆ। ਜਦੋਂ ਨੈਗੇਟਿਵ ਦੇ ਚਾਰਜ ਜ਼ਿਆਦਾ ਹੋ ਜਾਂਦੇ ਉਹ ਨੀਚੇ ਆ ਜਾਂਦੇ। ਅਗਰ ਲਾਈਟਿੰਗ ਅਰੈਸਟਰ ਲੱਗਾ ਹੋਏਗਾ ਅਤੇ ਇਹਦੀ ਬੱਚਤ ਹੋ ਜਾਂਦੀ ਹੈ। ਜਿਸ ਤਰ੍ਹਾਂ ਹੁਣ ਨੈਗੇਟਿਵ ਚਾਰਜ ਜ਼ਮੀਨ ਤਰਫ ਆ ਰਹੇ, ਉਹ ਮੁਖਤਲਿਫ ਵੇਵ 'ਚ ਆ ਰਹੇ, ਜਿਹੜੀ ਉਹਨੂੰ ਰਸਤਾ ਆਸਾਨ ਲੱਗਾ ਇਹ ਉਧਰ ਉਹਨੇ ਚੱਲ ਜਾਣਾ। ਉਹ ਕੋਈ ਦਰਖਤ ਆ, ਕੋਈ ਬੰਦਾ, ਕੋਈ ਬਿਲਡਿੰਗ ਆ, ਕੋਈ ਜਾਨਵਰ ਆ, ਉਹਦੀ ਤਰਫ ਚਲਾ ਜਾਂਦਾ, ਠੀਕ ਹੈ। ਇਸ ਤਰ੍ਹਾਂ ਕੰਮ ਕਰਦਾ। ਅਤੇ ਰਹੀ ਗੱਲ ਸੋਲਰ ਪੈਨਲ 'ਤੇ, ਸੋਲਰ ਪੈਨਲ 'ਤੇ ਇਸ ਲਈ ਹੁੰਦਾ ਕਿਉਂਕਿ ਸੋਲਰ ਪੈਨਲ ਖੁਦ ਨਾ ਜ਼ਿਆਦਾ ਪੋਜ਼ੀਟਿਵ ਚਾਰਜ ਹੁੰਦਾ ਧੁੱਪ ਦੀ ਵਜ੍ਹਾ ਤੋਂ ਨਾ, ਅਤੇ ਇਹ ਲੱਗੇ ਹੁੰਦੇ ਇੱਥੇ ਪੋਜ਼ੀਟਿਵ ਚਾਰਜ ਬਾਕੀ ਚੀਜ਼ਾਂ ਨਾਲੋਂ। ਇੱਕ ਤਾਂ ਹੁੰਦਾ ਵਾ ਸਟੀਲ ਦਾ, ਠੀਕ ਆ, ਜਾਂ ਐਲੂਮੀਨੀਅਮ ਦਾ ਬਣਿਆ ਹੁੰਦਾ, ਉਹਦਾ ਕਰਕੇ ਪੋਜ਼ੀਟਿਵ ਚਾਰਜ ਪਲੇਟ 'ਤੇ ਪੋਜ਼ੀਟਿਵ ਚਾਰਜ ਜ਼ਿਆਦਾ ਹੁੰਦਾ, ਅਤੇ ਇਸ ਦਾ ਕਰਕੇ ਇਹਨੂੰ ਲਾਜ਼ਮੀ ਲਗਾਉਣਾ ਚਾਹੀਦਾ। ਬਾਕੀ ਚੀਜ਼ਾਂ 'ਤੇ ਵੀ ਲਗਾਉਣਾ ਜ਼ਰੂਰੀ, ਇਹਦੇ ਉੱਪਰ ਜ਼ਿਆਦਾ ਵਾ, ਕਿਉਂਕਿ ਇਹਨਾਂ ਲੱਖਾਂ ਦਾ ਤੁਸੀਂ ਪ੍ਰੋਜੈਕਟ ਲਾਇਆ ਹੁੰਦਾ, ਅਤੇ ਅਗਰ ਇਹ ਨਹੀਂ ਲਗਾਓਗੇ ਤਾਂ ਇਹ ਨਾ ਪੋਜ਼ੀਟਿਵ ਚਾਰਜ ਹੋ ਕੇ ਉਹਨੂੰ ਨਾ ਫਲੱਸ਼ ਕਰ ਦੇਗਾ, ਕਾਫੀ ਨੁਕਸਾਨ ਹੋਵੇਗਾ। ਇਹ ਚੀਜ਼ ਸੀ, ਇਸ ਲਈ ਇਹਨੂੰ ਸੋਲਰ ਪੈਨਲ 'ਤੇ ਲਗਾਉਣਾ। ਬਾਕੀ ਇਹਦਾ ਫਾਇਦਾ ਵਾ, ਇਹਦੀ ਨਾ ਨੁਕਸਾਨ ਕੋਈ ਨਹੀਂ, ਇੱਕ ਦਫਾ ਪੈਸੇ ਲਗਾਉਣ 'ਤੇ ਫਾਇਦਾ। ਅਤੇ ਇਹ ਸੀ ਇਹਦੀ ਵੀਡੀਓ। ਬਾਕੀ ਬੋਰਿੰਗ ਦੀ ਵੀਡੀਓ, ਕਿਸ ਤਰ੍ਹਾਂ ਬੋਰ ਕਰਦੇ, ਸਟੈਪ ਬਾਈ ਸਟੈਪ, ਰਾਡ ਵਗੈਰਾ ਕਿੰਨਾ